ਇੱਕ ਦਿਨ ਖਲੀਫਾ ਹਾਰੂਨ ਰਸ਼ੀਦ ਅਤੇ ਉਸਦਾ ਵੱਡਾ ਵਜ਼ੀਰ ਸੌਦਾਗਰਾਂ ਦੇ ਭੇਸ ਵਿੱਚ ਬਗਦਾਦ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ। ਅਚਾਨਕ ਉਹਨਾਂ ਨੇ ਇੱਕ ਬੜਾ ਆਲੀਸ਼ਾਨ ਮਕਾਨ ਵੇਖਿਆ ਜਿਹੜਾ ਨਵਾਂ ਹੀ ਬਣਿਆ ਲੱਗਦਾ ਸੀ। ਬਿੰਦੀ ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਗੋਗਿਆ ਹਸਨ ਨਾਮੀ ਇੱਕ ਰੱਸੀਆਂ ਵੱਟਣ ਵਾਲੇ ਦਾ ਹੈ, ਜਿਹੜਾ ਪਹਿਲਾਂ ਤਾਂ ਬੜਾ ਗਰੀਬ ਸੀ ਪਰ ਹੁਣ ਸ਼ਹਿਰ ਦੇ ਵੱਡੇ ਤਨਾਡਾਂ ਵਿੱਚੋਂ ਗਿਣਿਆ ਜਾਂਦਾ ਹੈ। ਇਹ ਗੱਲ ਸੁਣ ਕੇ ਖਲੀਫੇ ਨੂੰ ਗੋਗਿਆ ਹਸਨ ਬਾਰੇ ਕੁਝ ਦਿਲਚਸਪੀ ਹੋ ਗਈ ਅਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਗੋਗਿਆ ਹਸਨ ਨੂੰ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ ਤਾਂ ਜੋ ਉਹ ਉਹਦੇ ਜੀਵਨ ਦੀ ਸਫਲਤਾ ਦਾ ਰਾਜ਼ ਜਾਣ ਸਕੇ। ਅਗਲੇ ਦਿਨ ਹੁਕਮ ਅਨੁਸਾਰ ਗੋਗਿਆ ਹਸਨ ਦਰਬਾਰ ਵਿੱਚ ਹਾਜ਼ਰ ਹੋਇਆ। ਬਾਦਸ਼ਾਹ ਦੇ ਕਹਿਣ ਤੇ ਉਹਨੇ ਆਪਣੀ ਜੀਵਨ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ। ਇਸ ਸ਼ਹਿਰ ਵਿੱਚ ਦੋ ਮਿੱਤਰ ਰਹਿੰਦੇ ਸਨ, ਇੱਕ ਦਾ ਨਾਂ ਸਾਦੀ ਸੀ ਅਤੇ ਦੂਜੇ ਦਾ ਨਾਂ ਸਾਦ ਸੀ। ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ, ਪਰ ਇੱਕ ਗੱਲ ਤੇ ਉਹ ਕਦੇ ਸਹਿਮਤ ਨਹੀਂ ਸਨ ਹੋਏ। ਸਾਦੀ ਦਾ ਵਿਚਾਰ ਸੀ ਕਿ ਪੈਸੇ ਤੋਂ ਬਿਨਾਂ ਮਨੁੱਖ ਕਦੀ ਖੁਸ਼ ਨਹੀਂ ਰਹਿ ਸਕਦਾ, ਪਰ ਸਾਦ ਕਹਿੰਦਾ ਹੈ ਕਿ ਖੁਸ਼ੀ ਦੌਲਤ ਨਾਲ ਨਹੀਂ ਸਗੋਂ ਨੇਕੀ ਕਰਨ ਨਾਲ ਅਤੇ ਰੱਬ ਦੀ ਦਿੱਤੀ ਹੋਈ ਦਾਤ ਦੀ ਠੀਕ ਵਰਤੋਂ ਕਰਨ ਨਾਲ ਮਿਲਦੀ ਹੈ। ਸੋ ਇੱਕ ਦਿਨ ਜਦ ਇਹ ਦੋਵੇਂ ਮਿੱਤਰ ਉਸ ਥਾਂ ਲਾਗਿਓ ਲੰਘ ਰਹੇ ਸਨ ਜਿੱਥੇ ਮੈਂ ਰੱਸੀਆਂ ਵੱਟਣ ਜਾਂਦਾ ਹੁੰਦਾ ਸਾਂ ਤਾਂ ਮੈਨੂੰ ਦੇਖ ਕੇ ਉਹ ਅਚਾਨਕ ਰੁਕ ਗਏ। ਸਾਦ ਆਪਣੇ ਮਿੱਤਰ ਨੂੰ ਕਹਿਣ ਲੱਗਾ, ਦੇਖ ਵਿਚਾਰਾ ਰੱਸੀਆਂ ਵੱਟਣ ਵਾਲਾ ਕਿੰਨੀ ਮਿਹਨਤ ਕਰ ਰਿਹਾ ਏ, ਪਰ ਇਹਦੀ ਵਜ੍ਹਾ ਕਤਾਹ ਤੋਂ ਇਉਂ ਜਾਪਦਾ ਏ ਕਿ ਇਹ ਰੋਟੀਓ ਵੀ ਆਤਰ ਏ। ਇਹੋ ਜਿਹਾ ਮੌਕਾ ਫੇਰ ਕਿੱਥੇ ਹੱਥ ਲੱਗਣਾ ਏ। ਕੀ ਖਿਆਲ ਏ, ਇਸੇ ਤੋਂ ਨਾ ਪਰਤਾ ਕੇ ਵੇਖ ਲਈਏ ਕਿ ਸਿਰਫ ਪੈਸਾ ਹੀ ਮਨੁੱਖ ਨੂੰ ਖੁਸ਼ੀ ਦੇ ਸਕਦਾ ਏ ਕਿ ਨਹੀਂ। ਹਾਂ ਜ਼ਰੂਰ, ਸਾਦੀ ਨੇ ਕਿਹਾ, ਹੋਰ ਇਸ ਤੋਂ ਚੰਗਾ ਕਿਹੜਾ ਮੌਕਾ ਹੱਥ ਲੱਗਣਾ ਏ। ਇਸੇ ਕਰਕੇ ਹੀ ਤਾਂ ਮੈਂ ਕੁਝ ਪੈਸੇ ਸਦਾ ਨਾਲ ਲਈ ਫਿਰਦਾ ਹਾਂ ਤਾਂ ਜੋ ਕਿਸੇ ਇਹੋ ਜਿਹੇ ਮਨੁੱਖ ਤੇ ਤਜਰਬਾ ਕਰਕੇ ਵੇਖ ਸਕੀਏ। ਇਹ ਵਿਚਾਰ ਕੇ ਸਾਦੀ ਨੇ ਮੇਰਾ ਨਾਂ ਪੁੱਛਿਆ। ਮੈਂ ਕਿਹਾ, ਜਨਾਬ ਮੇਰਾ ਨਾਂ ਹਸਨ ਏ ਤੇ ਮੈਂ ਰੱਸੀਆਂ ਬਣਾਉਣ ਦਾ ਕੰਮ ਕਰਦਾ ਹਾਂ, ਇਸੇ ਲਈ ਮੇਰੀ ਅਲੀ ਰੱਸੀਆਂ ਵਾਲਾ ਪਈ ਹੋਈ ਏ। ਸਾਦੀ ਨੇ ਪੁੱਛਿਆ, ਤੂੰ ਲੱਗਦਾ ਤਾਂ ਬੜਾ ਸਿਆਣਾ ਏ, ਪਰ ਕੀ ਤੈਨੂੰ ਕਦੀ ਖਿਆਲ ਨਹੀਂ ਆਇਆ ਕਿ ਪੈਸੇ ਬਚਾ ਕੇ ਬਹੁਤ ਸਾਰੀ ਸੰਗੀ ਖਰੀਦ ਲਵੇ ਤੇ ਆਪਣੇ ਵਪਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੇ। ਮੈਂ ਉੱਤਰ ਦਿੱਤਾ, ਜਨਾਬ ਤੁਸੀਂ ਕਹਿੰਦੇ ਤਾਂ ਬਿਲਕੁਲ ਠੀਕ ਹੋ, ਪਰ ਤੁਹਾਨੂੰ ਪਤਾ ਨਹੀਂ ਮੇਰੇ ਘਰ ਪਲਣ ਵਾਲੇ 6 ਜੀ ਹੋਰ ਨੇ। ਸਾਰਾ ਦਿਨ ਕੰਮ ਕਰਕੇ ਮੇਰਾ ਲੱਕ ਟੁੱਟ ਜਾਂਦਾ ਏ ਤਾਂ ਜਾ ਕੇ ਕਿਤੇ 2 ਡੰਗ ਰੋਟੀ ਨਸੀਬ ਹੁੰਦੀ ਏ। ਫੇਰ ਵੀ ਰੱਬ ਦਾ ਲੱਖ ਲੱਖ ਸ਼ੁਕਰ ਏ ਕਿਸੇ ਅੱਗੇ ਹੱਥ ਤਾਂ ਨਹੀਂ ਅੱਡਣਾ ਪੈਂਦਾ। ਜਿਸ ਵੇਲੇ ਮੈਂ ਆਪਣੀ ਗੱਲ ਖਤਮ ਕੀਤੀ ਤਾਂ ਸਾਦੀ ਨੇ ਕਿਹਾ, ਜੇ ਮੈਂ ਤੈਨੂੰ 200 ਮੋਹਰਾਂ ਦੀ ਥੈਲੀ ਇਨਾਮ ਦੇਵਾਂ ਤਾਂ ਕੀ ਤੂੰ ਪਰਨ ਕਰਦਾ ਹੈ ਕਿ ਇਸ ਰਕਮ ਨੂੰ ਆਪਣੇ ਕਾਰੋਬਾਰ ਵਿੱਚ ਲਾ ਕੇ ਉਹਨੂੰ ਵਧਾਉਣ ਦੀ ਤੇ ਅਮੀਰ ਬਣਨ ਦੀ ਕੋਸ਼ਿਸ਼ ਕਰੇਗਾ। ਇਹ ਸੁਣ ਕੇ ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸ਼ਾਇਦ ਮੇਰਾ ਮਖੌਲ ਉਡਾ ਰਿਹਾ ਹੈ, ਪਰ ਉਹਦੇ ਚਿਹਰੇ ਦੀ ਸੰਜੀਦਗੀ ਵੇਖ ਕੇ ਮੇਰਾ ਇਹ ਸ਼ੰਕਾ ਜਾਂਦਾ ਰਿਹਾ। ਮੈਂ ਉੱਤਰ ਦਿੱਤਾ, ਜਨਾਬ 200 ਮੋਹਰਾਂ ਤਾਂ ਇੱਕ ਬੜੀ ਵੱਡੀ ਰਕਮ ਏ। ਜੇ ਮੇਰੇ ਪਾਸ ਕਿਤੇ ਇਸ ਦਾ ਚੌਥਾ ਹਿੱਸਾ ਵੀ ਹੋਵੇ ਤਾਂ ਮੈਨੂੰ ਯਕੀਨ ਹੈ ਕਿ ਥੋੜੇ ਚਿਰ ਵਿੱਚ ਹੀ ਮੈਂ ਬਾਕੀ ਰੱਸੀ ਵਾਲਿਆਂ ਦੀਆਂ ਅੱਖਾਂ ਖੋਲ ਦੇਵਾਂ। ਇਹ ਸੁਣ ਕੇ ਸਾਦੀ ਖੁਸ਼ ਹੋਇਆ ਅਤੇ ਉਹਨੇ ਆਪਣੇ ਚੋਗੇ ਵਿੱਚੋਂ ਇੱਕ ਥੈਲੀ ਕੱਢ ਕੇ ਮੇਰੇ ਹੱਥ ਫੜਾਈ ਅਤੇ ਕਿਹਾ, ਇਹ ਲੈ 200 ਮੋਹਰਾਂ, ਰੱਬ ਕਰੇ ਤੈਨੂੰ ਆਪਣੇ ਮੰਤਵ ਵਿੱਚ ਸਫਲਤਾ ਹੋਵੇ। ਇਹ ਕਹਿ ਕੇ ਉਹ ਦੋਵੇਂ ਉੱਥੋਂ ਚਲੇ ਗਏ। ਮੈਨੂੰ ਡਰ ਸੀ ਕਿ ਇਹ ਇਤਨੀ ਵੱਡੀ ਰਕਮ ਹੈ, ਕਿਤੇ ਮੇਰੇ ਹੱਥੋਂ ਜਾਂਦੀ ਹੀ ਨਾ ਰਹੇ। ਸੋ ਮੈਂ ਉਸ ਵਿੱਚੋਂ 10 ਮੋਹਰਾਂ ਕੱਢ ਕੇ ਬਾਕੀ ਦੀਆਂ ਬੜੇ ਧਿਆਨ ਨਾਲ ਆਪਣੀ ਪੱਗ ਦੇ ਪੇਚਾਂ ਵਿੱਚ ਲੁਕਾ ਲਈਆਂ। ਮੇਰਾ ਖਿਆਲ ਸੀ ਕਿ ਇਹਨਾਂ 10 ਮੋਹਰਾਂ ਵਿੱਚੋਂ ਕੁਝ ਪੈਸਿਆਂ ਦਾ ਚਾੜਨ ਲਈ ਘਰ ਛੋੜਾ ਜਿਹਾ ਮਾਸ ਲੈ ਜਾਵਾਂ ਅਤੇ ਬਾਕੀ ਪੈਸਿਆਂ ਦੀ ਕੁਝ ਸੰਗ ਖਰੀਦ ਲਵਾਂ। ਬਿੰਦੀ ਮੈਂ ਇੱਕ ਝਟਕੇ ਦੀ ਦੁਕਾਨ ਤੋਂ ਮਾਸ ਖਰੀਦਿਆ ਅਤੇ ਉਸ ਨੂੰ ਹੱਥ ਵਿੱਚ ਲਈ ਘਰ ਵੱਲ ਤੁਰ ਪਿਆ। ਰਾਹ ਵਿੱਚ ਅਚਾਨਕ ਇੱਕ ਇਲ ਮੇਰੇ ਤੇ ਚਪਟ ਕੇ ਪਈ। ਮਾਸ ਤਾਂ ਮੈਂ ਫੁਰਤੀ ਨਾਲ ਬਚਾ ਲਿਆ, ਪਰ ਉਹਦੇ ਪੰਜਿਆਂ ਵਿੱਚ ਮੇਰੀ ਪੱਗ ਅੜ ਗਈ ਜੋ ਉਹ ਨਾਲ ਹੀ ਲੈ ਕੇ ਉੱਡ ਗਈ। ਬਚੇ ਖੁਚੇ ਪੈਸਿਆਂ ਨਾਲ ਪਹਿਲਾਂ ਤਾਂ ਮੈਂ ਸਿਰ ਕੱਸਣ ਲਈ ਇੱਕ ਨਵੀਂ ਪੱਗ ਖਰੀਦੀ ਅਤੇ ਫਿਰ ਹਰ ਰੋਜ਼ ਵਾਂਗ ਆਪਣੇ ਕੰਮਕਾਰ ਵਿੱਚ ਜੁਟ ਪਿਆ। ਥੋੜੇ ਦਿਨ ਤਾਂ ਚੰਗਾ ਗੁਜ਼ਾਰਾ ਚੱਲਦਾ ਰਿਹਾ, ਪਰ ਜਦੋਂ ਉਹ ਪੈਸੇ ਵੀ ਮੁੱਕ ਗਏ ਤਾਂ ਪਹਿਲਾਂ ਵਾਂਗ ਫਿਰ ਸਾਡੇ ਘਰ ਭੁੱਖ ਨੰਗ ਵਰਤ ਗਈ। ਬਿੰਦੀ ਪਰ ਮੈਂ ਰੱਬ ਦੀ ਰਜ਼ਾ ਵਿੱਚ ਖੁਸ਼ ਸਾਂ। ਮੈਂ ਸੋਚਿਆ, ਅਸੀਂ ਪਰਮਾਤਮਾ ਕੋਲੋਂ ਪੈਸੇ ਲਈ ਪਟਾ ਛੋੜਾ ਲਿਖਵਾਇਆ ਹੋਇਆ ਏ। ਜੇ ਉਹਨੇ ਦੇ ਦਿੱਤੇ ਤਾਂ ਉਹਦੀ ਮਰਜ਼ੀ, ਜੇ ਖੋਹ ਲਏ ਤਾਂ ਵੀ ਉਹਦੀ ਮਰਜ਼ੀ। ਉਸ ਅੱਗੇ ਜ਼ੋਰ ਛੋੜਾ ਏ, ਪਰ ਮੇਰੀ ਵਹੁਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ। ਉਹਨੇ ਇਸ ਨੁਕਸਾਨ ਤੇ ਬੜੀ ਤਰਥੱਲੀ ਮਚਾਈ। ਮੈਂ ਉਹਨੂੰ ਬਥੇਰਾ ਸਮਝਾਇਆ ਬੁਝਾਇਆ, ਪਰ ਉਹ ਕਿੱਥੋਂ ਟਲਣ ਵਾਲੀ ਸੀ। ਆਂਢ ਗਵਾਂਢ ਜਾ ਕੇ ਉਹ ਢੰਡੋਰਾ ਪਿੱਟਦੀ ਰਹੀ ਕਿ ਅਸੀਂ ਮਾਰੇ ਗਏ, ਲੁੱਟੇ ਗਏ। ਲੋਕਾਂ ਨੂੰ ਸਾਡੀ ਹਾਲਤ ਦਾ ਤਾਂ ਪਤਾ ਹੈ ਹੀ ਸੀ, ਸੋ ਇਸ ਤੋਂ ਸਿਵਾ ਕਿ ਉਹ ਸਾਡਾ ਠੱਠਾ ਮਖੌਲ ਉਡਾਉਂਦੇ ਹੋਰ
ਕੀ ਬਣਨਾ ਸੀ। ਇਸੇ ਹਾਲਤ ਵਿੱਚ 6 ਮਹੀਨੇ ਲੰਘ ਗਏ। ਇੱਕ ਦਿਨ ਅਚਾਨਕ ਉਹ ਦੋਵੇਂ ਮਿੱਤਰ ਸਾਦੀ ਅਤੇ ਸਾਦ ਫਿਰ ਮੇਰੇ ਪਾਸ ਆਏ ਅਤੇ ਸਾਦ ਨੇ ਮੇਰਾ ਹਾਲ ਹਵਾਲ ਪੁੱਛਿਆ। ਮੈਂ ਕਿਹਾ, ਜਨਾਬ, ਮੈਂ ਕੀ ਦੱਸਾਂ, ਤੁਸੀਂ ਤਾਂ ਮੇਰੇ ਤੇ ਬੜੀਆਂ ਆਸਾਂ ਲਾਈ ਬੈਠੇ ਸੋ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜੇ ਉਹ ਚਾਹੇ ਤਾਂ ਲੱਖ ਦਾ ਕੱਖ ਕਰ ਦਿੰਦਾ ਏ। ਇਹ ਕਹਿ ਕੇ ਮੈਂ ਉਹਨਾਂ ਨੂੰ ਇਲ ਵਾਲੀ ਸਾਰੀ ਵਾਰਤਾ ਸੁਣਾਈ ਅਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲ 16 ਆਨੇ ਸੱਚ ਹੈ ਅਤੇ ਇਸ ਬਾਰੇ ਸ਼ਹਿਰ ਦਾ ਬੱਚਾ ਜਾਣਦਾ ਹੈ। ਬਿੰਦੀ ਸਾਦ ਨੇ ਵੀ ਮੇਰਾ ਪੱਖ ਲਿਆ ਤੇ ਬੜੀ ਹਮਦਰਦੀ ਜ਼ਾਹਿਰ ਕੀਤੀ। ਸੋਚ ਵਿਚਾਰ ਕੇ ਸਾਦੀ ਨੇ ਆਪਣੇ ਚੋਗੇ ਵਿੱਚੋਂ 200 ਮੋਹਰਾਂ ਦੀ ਇੱਕ ਹੋਰ ਥੈਲੀ ਕੱਢੀ ਅਤੇ ਮੇਰੇ ਹਵਾਲੇ ਕਰਦਿਆਂ ਕਹਿਣ ਲੱਗਾ, ਚਲੋ ਜੋ ਹੋਈ ਸੋ ਹੋਈ, ਲੈ ਹੀ 200 ਮੋਹਰਾਂ ਹੋਰ ਸੰਭਾਲ ਕੇ ਰੱਖੀ ਤੇ ਵੇਖੀ ਅੱਗੇ ਵਾਂਗ ਹੱਥੋਂ ਨਾ ਚਲੀਆਂ ਜਾਣ। ਰੱਬ ਕਰੇ ਤੇਰਾ ਕੁਝ ਬਣ ਸੌਰ ਜਾਏ। ਮੈਂ ਖੁਸ਼ੀ ਅਤੇ ਹੈਰਾਨੀ ਵਿੱਚ ਡੁੱਬਾ ਸੋਚ ਹੀ ਰਿਹਾ ਸਾਂ ਕਿ ਮੈਂ ਉਹਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਉਹ ਦੋਵੇਂ ਉੱਥੋਂ ਤੁਰ ਪਏ। ਮੈਂ ਕਿਹਾ, ਦੇਖ ਰੱਬ ਦੇ ਰੰਗ, ਮੇਰਾ ਇਹਨਾਂ ਨਾਲ ਕਿਹੜੇ ਪੁਰਾਣੇ ਜੁਗਾਂ ਦਾ ਲੈਣ ਦੇਣ ਏ, ਨਾ ਜਾਣ ਨਾ ਪਛਾਣ, ਫੇਰ ਵੀ ਉਹ 2 ਵਾਰ ਮੇਰੇ ਹੱਥ ਮੋਹਰਾਂ ਦੇ ਬੁੱਕਾਂ ਦੇ ਬੁੱਕ ਉਲਟ ਗਏ ਨੇ। ਇਸ ਤਰ੍ਹਾਂ ਸੋਚਦਾ ਮੈਂ ਕਾਹਲੀ ਘਰ ਨੂੰ ਤੁਰ ਪਿਆ ਤਾਂ ਜੋ ਇਹ ਪੈਸੇ ਕਿਸੇ ਨੁਕਰੇ ਲੁਕਾ ਦੇਵਾਂ। ਮੈਨੂੰ ਡਰ ਸੀ ਕਿ ਕਿਸਮਤ ਦਾ ਮਾਰਿਆ ਤਾਂ ਮੈਂ ਹਾਂ ਹੀ, ਕਿਤੇ ਅੱਗੇ ਵਾਂਗ ਇਹ ਮੋਹਰਾਂ ਵੀ ਹੱਥੋਂ ਨੰਨਾ ਚਲੀਆਂ ਜਾਣ। ਘਰ ਕੋਈ ਵੀ ਨਹੀਂ ਸੀ। ਮੇਰੀ ਵਹੁਟੀ ਬੱਚਿਆਂ ਨੂੰ ਨਾਲ ਲੈ ਕੇ ਕਿਤੇ ਬਾਹਰ ਗਈ ਹੋਈ ਸੀ। ਮੈਂ ਦਿਲ ਵਿੱਚ ਸੋਚਿਆ, ਸਗੋਂ ਚੰਗਾ ਇਹ ਕਿਸੇ ਨੂੰ ਪਤਾ ਤਾਂ ਨੰਨਾ ਲੱਗੇਗਾ। 10 ਮੋਹਰਾਂ ਮੈਂ ਆਪਣੇ ਪਾਸ ਰੱਖ ਲਈਆਂ। ਬਿੰਦੀ ਬਾਕੀ ਦੀਆਂ ਇੱਕ ਰੁਮਾਲ ਵਿੱਚ ਬੰਨੀਆਂ ਅਤੇ ਤੂੜੇ ਵਾਲੇ ਡੱਬੇ ਵਿੱਚ ਲੁਕਾ ਕੇ ਰੱਖ ਦਿੱਤੀਆਂ। ਜਦੋਂ ਮੇਰੀ ਵਹੁਟੀ ਬਾਹਰੋਂ ਆਈ, ਮੈਂ ਬਾਜ਼ਾਰੋਂ ਸਣ ਲੈਣ ਲਈ ਚਲਾ ਗਿਆ। ਮੇਰੀ ਬਦਨਸੀਬੀ ਵੇਖੋ, ਉਸ ਦਿਨ ਖਾਣ ਨੂੰ ਘਰ ਡੰਗ ਪਰ ਵੀ ਆਟਾ ਨਹੀਂ ਸੀ। ਸੋ ਜਦੋਂ ਮੇਰੀ ਵਹੁਟੀ ਰੋਟੀ ਪਕਾਉਣ ਲੱਗੀ ਤਾਂ ਆਟਾ ਬਿਲਕੁਲ ਖਤਮ ਵੇਖ ਕੇ ਉਹਨੇ ਤੂੜੇ ਦਾ ਡੱਬਾ ਇੱਕ ਫੇਰੀ ਵਾਲੇ ਕੋਲ ਆਟੇ ਦੇ ਬਦਲੇ ਵੇਚ ਦਿੱਤਾ। ਜਦੋਂ ਮੇਰੇ ਘਰ ਮੁੜਨ ਤੇ ਮੇਰੀ ਵਹੁਟੀ ਨੇ ਦੱਸਿਆ ਕਿ ਉਹਨੇ ਮੇਰੇ ਪਿੱਛੋਂ ਕੀ ਕਮਾਈ ਕੀਤੀ ਹੈ ਤਾਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸਿਰ ਤੇ 2 ਹੱਥੜੇ ਮਾਰ ਕੇ ਕਿਹਾ, ਕਮਾਬਖਤ ਔਰਤ, ਸਾਡੇ ਪਿਓ ਦੀ ਕਿਹੜੀ ਜਗੀਰ ਲੱਗੀ ਹੋਈ ਏ ਕਿ ਤੂੰ ਇੰਨੀ ਦੌਲਤ ਕੌਡੀਆਂ ਦੇ ਪਾਲ ਲੁਟਾ ਦਿੱਤੀ ਹੂੰ। ਤੈਨੂੰ ਪਤਾ ਨਹੀਂ ਕਿ ਉਸ ਵਿੱਚ 9 ਵੀਹਾਂ ਤੇ 10 ਮੋਹਰਾਂ ਪਈਆਂ ਹੋਈਆਂ ਸਨ ਜਿਹੜੀਆਂ ਮੇਰੇ ਇੱਕ ਮਿੱਤਰ ਨੇ ਮੈਨੂੰ ਅੱਜ ਹੀ ਦਿੱਤੀਆਂ ਸਨ। ਇਹ ਗੱਲ ਸੁਣਦਿਆਂ ਹੀ ਉਹਦਾ ਰੰਗ ਫੱਕ ਹੋ ਗਿਆ ਅਤੇ ਪਾਗਲਾਂ ਵਾਂਗ ਪਿਟ ਕੇ ਨਿਡਾਲ ਹੋ ਗਈ। ਬਿੰਦੀ ਆਖਰ ਮੈਂ ਉਹਨੂੰ ਤਰਾਸ ਦਿੱਤਾ ਅਤੇ ਕਿਹਾ, ਐਨਾ ਰੌਲਾ ਨਾ ਪਾ, ਜੇ ਕਿਤੇ ਗਵਾਂਢੀਆਂ ਨੂੰ ਪਤਾ ਲੱਗ ਗਿਆ ਤਾਂ ਪਹਿਲਾਂ ਵਾਂਗ ਕਿਤੇ ਫੇਰ ਸਾਡਾ ਮੌਜੂ ਨੰਨਾ ਬਣਾਉਣ। ਚਲੋ ਜੋ ਹੋਇਆ ਸੋ ਹੋਇਆ। ਰੱਬ ਦਾ ਫੇਰ ਵੀ ਲੱਖ ਸ਼ੁਕਰ ਹੈ ਕਿ ਇਹਨਾਂ ਵਿੱਚੋਂ ਕਮ ਅਜ਼ ਕਮ 10 ਮੋਹਰਾਂ ਤਾਂ ਬਚ ਗਈਆਂ ਨੇ। ਇਹਨਾਂ ਨਾਲ ਹੀ ਕੁਝ ਦਿਨ ਲੰਘਾਉਣ ਦਾ ਯਤਨ ਕਰੀਏ, ਅੱਗੇ ਜੋ ਰੱਬ ਨੂੰ ਭਾਵੇ। ਮੇਰੇ ਹੌਸਲਾ ਦੇਣ ਤੇ ਉਹ ਸੰਭਲ ਗਈ ਅਤੇ ਕੁਝ ਸਮਾਂ ਪਾ ਕੇ ਸਾਨੂੰ ਇਸ ਗੱਲ ਦਾ ਚੇਤਾ ਵੀ ਭੁੱਲ ਗਿਆ। ਪਰ ਇੱਕ ਦਿਨ ਜਦ ਮੈਂ ਆਪਣੇ ਕੰਮ ਵਿੱਚ ਮਸਤ ਸਾਂ ਤਾਂ ਅਚਾਨਕ ਸਾਦੀ ਅਤੇ ਸਾਦ ਨੂੰ ਫੇਰ ਮੈਂ ਆਪਣੇ ਵੱਲ ਆਉਂਦਿਆਂ ਵੇਖਿਆ। ਮੈਨੂੰ ਵਿੱਚੋਂ ਵਿੱਚ ਬੜੀ ਸ਼ਰਮ ਸੀ ਕਿ ਮੈਂ ਕਿਸ ਮੂੰਹ ਨਾਲ ਇਹਨਾਂ ਸਾਹਮਣੇ ਆਪਣੇ ਰੋਣੇ ਰੋਵਾਂਗਾ। ਇਸ ਲਈ ਮੈਂ ਮੂੰਹ ਥੱਲੇ ਸੁੱਟ ਕੇ ਆਪਣਾ ਕੰਮ ਕਰਦਾ ਰਿਹਾ ਜਿਵੇਂ ਕਿ ਮੈਂ ਉਹਨਾਂ ਨੂੰ ਵੇਖਿਆ ਹੀ ਨਹੀਂ। ਪਰ ਬਜਾਏ ਮੇਰੇ ਕੋਲ ਦੀ ਲੰਘ ਜਾਣ ਦੇ ਉਹ ਸਿੱਧੇ ਮੇਰੇ ਕੋਲ ਆ ਖੜੋਤੇ। ਮੈਂ ਵੀ ਗੱਲ ਪਈ ਬਲਾ ਨੂੰ ਗੱਲੋਂ ਲਾਹੁਣ ਲਈ ਕਾਹਲੀ ਜੋ ਮੇਰੇ ਨਾਲ ਗੁਜ਼ਰੀ ਸੀ ਕਹੀ ਸੁਣਾਈ ਅਤੇ ਕਿਹਾ, ਭਾਵੇਂ ਪਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਮੈਂ ਤੁਹਾਡੇ ਵਰਗੇ ਮਿੱਤਰਾਂ ਦੀ ਸਹਾਇਤਾ ਨਾਲ ਖਾਣ ਪੀਣ ਜੋਗਾ ਹੋ ਜਾਵਾਂ, ਫੇਰ ਵੀ ਮੈਂ ਤੁਹਾਡੀ ਸਹਾਇਤਾ ਦਾ ਦਿਲੋਂ ਧੰਨਵਾਦੀ ਹਾਂ। ਬਿੰਦੀ ਪੁੱਠਾ ਕੌਮਾ ਸਾਦੀ ਨੇ ਉੱਤਰ ਦਿੱਤਾ, ਮੈਂ ਮੰਨਦਾ ਹਾਂ ਕਿ ਤੂੰ ਮੇਰੀ ਦਿੱਤੀ ਹੋਈ ਰਕਮ ਖਾ ਪੀ ਕੇ ਨਹੀਂ ਉਡਾ ਲਈ। ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਕਿ ਮੈਂ ਤੈਨੂੰ 400 ਮੋਹਰਾਂ ਦੇ ਕੇ ਹੀ ਗਵਾਈਆਂ ਨੇ, ਪਰ ਮੈਂ ਤੇਰੀ ਹੋਰ ਸਹਾਇਤਾ ਕਰਨ ਨੂੰ ਤਿਆਰ ਨਹੀਂ। ਫਿਰ ਉਹ ਆਪਣੇ ਮਿੱਤਰ ਵੱਲ ਮੂੰਹ ਕਰਕੇ ਕਹਿਣ ਲਗਾ, ਮੇਰਾ ਤਜਰਬਾ ਤਾਂ ਗਲਤ ਨਿਕਲਿਆ ਏ, ਹੁਣ ਤੇਰੀ ਵਾਰੀ ਏ, ਤੂੰ ਤਜਰਬਾ ਕਰ ਵੇਖ, ਸ਼ਾਇਦ ਤੂੰ ਇੱਕ ਠੀਕ ਨਿਕਲੇਂ। ਸਾਦ ਪਾਸ ਇੱਕ ਥੈਲਾ ਸੀ ਜਿਸ ਵਿੱਚ ਇੱਕ ਸਿੱਕੇ ਦਾ ਵੱਡਾ ਸਾਰਾ ਟੁਕੜਾ ਸੀ। ਉਹ ਸਾਦ ਨੇ ਕੱਢ ਕੇ ਮੇਰੇ ਹਵਾਲੇ ਕੀਤਾ ਅਤੇ ਕਿਹਾ, ਮੇਰੇ ਪਾਸ ਤਾਂ ਇਹੀ ਕੁਝ ਏ, ਜੇ ਰੱਬ ਨੇ ਚਾਹਿਆ ਤਾਂ ਇਸੇ ਨਾਲ ਹੀ ਤੇਰੇ ਘਰ ਲਹਿਰ ਬਹਿਰ ਹੋ ਜਾਏਗੀ। ਇਹ ਵੇਖ ਕੇ ਸਾਦੀ ਹੱਸ ਪਿਆ, ਮਿੱਤਰਾ ਤੂੰ ਵੀ ਕਿਸੇ ਵੇਲੇ ਪੁੱਠੀਆਂ ਸਿੱਧੀਆਂ ਮਾਰਨ ਲੱਗ ਪੈਂਦਾ ਏ, ਇਸ ਦਾ ਤਾਂ ਕੌਡੀ ਮੁੱਲ ਵੀ ਨਹੀਂ, ਇਹ ਇਸ ਨੇ ਸਿਰ ਮਾਰਨਾ ਏ। ਸਾਦ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਦੋਵੇਂ ਮਿੱਤਰ ਉੱਥੋਂ ਚਲੇ ਗਏ। ਉਸੇ ਰਾਤ ਮੈਂ ਉਹ ਸਿੱਕੇ ਦਾ ਟੁਕੜਾ ਆਪਣੇ ਇੱਕ ਮਿੱਤਰ ਮਾਛੀ ਨੂੰ ਦੇ ਦਿੱਤਾ। ਉਹਦੇ ਜਾਲ ਵਿਚਲਾ ਸਿੱਕਾ ਗਵਾਚ ਗਿਆ ਸੀ ਅਤੇ ਇਸ ਤੋਂ ਬਿਨਾਂ ਉਹਦਾ ਜਾਲ ਨਿਕੰਮਾ ਪਿਆ ਹੋਇਆ ਸੀ। ਇਸੇ ਦੁਖੋਂ ਕਈ ਦਿਨ ਉਹ ਮੱਛੀਆਂ ਨਹੀਂ ਸੀ ਫੜਨ ਗਿਆ। ਸਿੱਕੇ ਦਾ ਟੁਕੜਾ ਲੈ ਕੇ ਉਹ ਬਹੁਤ ਖੁਸ਼ ਹੋਇਆ। ਅਗਲੇ ਦਿਨ ਉਹਨੇ ਬੜੀਆਂ ਮੱਛੀਆਂ ਫੜੀਆਂ ਅਤੇ ਸਿੱਕੇ ਦੇ
ਬਦਲੇ ਉਹਨੇ ਇੱਕ ਵੱਡੀ ਸਾਰੀ ਮੱਛੀ ਮੈਨੂੰ ਵੀ ਲਿਆ ਦਿੱਤੀ। ਮੇਰੀ ਵਹੁਟੀ ਮੱਛੀ ਸਾਫ਼ ਕਰਨ ਲੱਗ ਪਈ। ਉਸ ਵਿੱਚੋਂ ਬਲੌਰ ਵਰਗੀ ਇੱਕ ਚਮਕਦਾਰ ਚੀਜ਼ ਨਿਕਲੀ। ਮਾਮੂਲੀ ਜਿਹੀ ਚੀਜ਼ ਸਮਝ ਕੇ ਮੇਰੀ ਵਹੁਟੀ ਨੇ ਉਹ ਖੇਡਣ ਲਈ ਬੱਚਿਆਂ ਨੂੰ ਦੇ ਦਿੱਤੀ। ਉਹਨੂੰ ਵੇਖ ਕੇ ਬੱਚੇ ਆਪਸ ਵਿੱਚ ਝਗੜਨ ਲੱਗ ਪਏ ਅਤੇ ਇਤਨਾ ਚੀਕ ਚਿਹਾੜਾ ਪਾਇਆ ਕਿ ਤੰਗ ਆ ਕੇ ਮੈਂ ਉਹਨਾਂ ਦੇ ਹੱਥੋਂ ਉਹ ਚੀਜ਼ ਖੋਹ ਲਈ। ਜਦ ਮੈਂ ਸੌਣ ਲੱਗਿਆ ਬੱਤੀ ਬੁਝਾਈ ਤਾਂ ਉਹਦੇ ਚਾਨਣ ਨਾਲ ਹੀ ਕਮਰਾ ਜਗਮਗਾ ਉੱਠਿਆ। ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਆਪਣੀ ਵਹੁਟੀ ਨੂੰ ਕਿਹਾ, ਸੋਨੇ ਦੀਆਂ ਮੋਹਰਾਂ ਨਾਲੋਂ ਤਾਂ ਇਹ ਸਿੱਕੇ ਦਾ ਟੁਕੜਾ ਹੀ ਚੰਗਾ ਨਿਕਲਿਆ ਏ, ਹੋਰ ਕੁਝ ਨਹੀਂ ਤਾਂ ਤੇਲ ਦੇ ਪੈਸੇ ਦੀ ਬਚ ਜਾਇਆ ਕਰਨਗੇ। ਸਾਡੇ ਗਵਾਂਢ ਵਿੱਚ ਹੀ ਇੱਕ ਜੌਰੀ ਰਹਿੰਦਾ ਸੀ। ਅਗਲੇ ਪਲਕ ਜੌਰਨ ਨੇ ਪੁੱਛਿਆ, ਕੀ ਗੱਲ ਸੀ? ਰਾਤ ਨੂੰ ਤਾਂ ਬੱਚਿਆਂ ਨੇ ਇੰਨਾ ਤੂਫਾਨ ਚੁੱਕਿਆ ਹੋਇਆ ਸੀ ਕਿ ਸਾਰੀ ਰਾਤ ਪਰ ਮੇਰੀ ਅੱਖ ਹੀ ਨਹੀਂ ਲੱਗੀ। ਮੇਰੀ ਵਹੁਟੀ ਨੇ ਕਿਹਾ, ਕੀ ਦੱਸਾਂ ਭੈਣ, ਸ਼ੀਸ਼ੇ ਦਾ ਇੱਕ ਟੁਕੜਾ ਜਿਹਾ ਸੀ, ਮੈਂ ਕਿਤੇ ਭੁੱਲ ਕੇ ਉਹਨਾਂ ਦੇ ਹੱਥ ਦੇ ਤਾਂ ਬੈਠੀ, ਬਸ ਉਹਨਾਂ ਝਗੜ ਕਿ ਸਾਡਾ ਨੱਕ ਵਿੱਚ ਦਮ ਕਰ ਦਿੱਤਾ ਏ। ਜੌਰਨ ਨੇ ਮੇਰੀ ਵਹੁਟੀ ਨੂੰ ਉਹ ਬਲੌਰ ਦਾ ਟੁਕੜਾ ਵਿਖਾਉਣ ਲਈ ਕਿਹਾ। ਜਦੋਂ ਮੇਰੀ ਵਹੁਟੀ ਨੇ ਜੌਰਨ ਨੂੰ ਕੱਢ ਕੇ ਵਿਖਾਇਆ ਤਾਂ ਉਹ ਉਸੇ ਵੇਲੇ ਉਹਨੂੰ ਮੁੱਲ ਖਰੀਦਣ ਲਈ ਤਿਆਰ ਹੋ ਗਈ। ਪਰ ਬੱਚੇ ਉਸ ਨਾਲ ਲਸੂੜੇ ਵਾਂਗ ਚਿਮੜੇ ਹੋਏ ਸਨ ਅਤੇ ਛੱਡਣ ਦਾ ਨਾਂ ਤੱਕ ਨਹੀਂ ਸਨ ਲੈਂਦੇ। ਸੋ ਜੌਰਨ ਕਹਿਣ ਲੱਗੀ, ਚੰਗਾ ਇਹਨਾਂ ਨੂੰ ਇਸ ਵੇਲੇ ਖੇਡ ਲੈਣ ਦੇ, ਫੇਰ ਗੱਲ ਕਰ ਲਵਾਂਗੇ। ਜਦੋਂ ਮੈਂ ਘਰ ਮੁੜਿਆ ਤਾਂ ਮੇਰੀ ਵਹੁਟੀ ਨੇ ਮੈਨੂੰ ਸਾਰੀ ਗੱਲ ਕਹੇ ਸੁਣਾਈ। ਮੈਨੂੰ ਖੁੜਕ ਗਈ ਕਿ ਇਹ ਆਮ ਸ਼ੀਸ਼ਾ ਨਹੀਂ, ਬਲਕਿ ਜ਼ਰੂਰ ਕੋਈ ਬਹੁਤ ਕੀਮਤੀ ਹੀਰਾ ਹੋਣਾ ਹੈ। ਮੈਂ ਜੌਰੀ ਨਾਲ ਗੱਲ ਕੀਤੀ। ਉਹ ਉਸ ਹੀਰੇ ਨੂੰ ਉਸੇ ਵੇਲੇ 1 ਲੱਖ ਮੋਹਰਾਂ ਤੇ ਖਰੀਦਣ ਲਈ ਰਾਜ਼ੀ ਹੋ ਗਿਆ। ਜੌਰੀ ਨੇ ਝਟਪਟ ਇਹ ਰਕਮ ਮੇਰੇ ਹੱਥ ਫੜਾਈ ਅਤੇ ਉਹ ਕੀਮਤੀ ਹੀਰਾ, ਜਿਸ ਨੂੰ ਅਸੀਂ ਮਾਮੂਲੀ ਜਿਹਾ ਪੱਥਰ ਸਮਝਦੇ ਸਾਂ, ਖੁਸ਼ੀ-ਖੁਸ਼ੀ ਆਪਣੇ ਘਰ ਲੈ ਗਿਆ। ਮੈਂ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਉਹਨੇ ਮੇਰੇ ਦਿਨ ਫੇਰ ਦਿੱਤੇ ਹਨ। ਫਿਰ ਅਗਲੇ ਦਿਨ ਮੈਂ ਸ਼ਹਿਰ ਦੇ ਸਾਰੇ ਰੱਸੀਆਂ ਵੱਟਣ ਵਾਲਿਆਂ ਦੇ ਘਰ ਗਿਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਆਪਣਾ ਸਾਰਾ ਟਿਲ ਲਾ ਕੇ ਕੰਮ ਕੱਢੋ, ਮੈਂ ਸਾਰਾ ਮਾਲ ਖਰੀਦਣ ਲਈ ਤਿਆਰ ਹਾਂ। ਫਿਰ ਮੈਂ ਮਾਲ ਪਾਉਣ ਲਈ ਕਈ ਦੁਕਾਨਾਂ ਖਰੀਦ ਲਈਆਂ। ਜਲਦੀ ਹੀ ਮੇਰਾ ਕਾਰੋਬਾਰ ਇਤਨਾ ਵੱਧ ਗਿਆ ਕਿ ਮੈਂ ਕਈ ਵੱਡੇ ਕਾਰਖਾਨੇ ਬਣਵਾ ਲਏ ਅਤੇ ਰਹਿਣ ਲਈ ਇੱਕ ਆਲੀਸ਼ਾਨ ਮਹਲ ਤਿਆਰ ਕਰਵਾ ਲਿਆ। ਕੁਝ ਸਮਾਂ ਪਾ ਕੇ ਮੇਰੇ ਦੋਵੇਂ ਮਿੱਤਰ ਸਾਧ ਤੇ ਸਾਧੀ ਪਹਿਲਾਂ ਵਾਂਗ ਮੈਨੂੰ ਮਿਲਣ ਲਈ ਫੇਰ ਆਏ। ਉਹਨਾਂ ਦਾ ਖਿਆਲ ਸੀ ਕਿ ਮੈਂ ਆਪਣੇ ਪੁਰਾਣੇ ਘਰ ਵਿੱਚ ਹੀ ਮੁਸੀਬਤਾਂ ਦੇ ਦਿਨ ਕੱਟ ਰਿਹਾ ਹੋਵਾਂਗਾ, ਪਰ ਮੈਨੂੰ ਉੱਥੇ ਨਾ ਵੇਖ ਕੇ ਉਹ ਪੁੱਛਦੇ ਪੁੱਛਾਂਦੇ ਮੇਰੇ ਨਵੇਂ ਮਹਲ ਵੱਲ ਆਏ। ਉਹਦੀ ਸੁੰਦਰਤਾ ਅਤੇ ਅਨੋਖੀ ਛੱਬ ਵੇਖ ਕੇ ਉਹਨਾਂ ਸਮਝਿਆ ਕਿ ਦੱਸਣ ਵਾਲਿਆਂ ਨੂੰ ਸ਼ਾਇਦ ਤਪਲਾ ਲੱਗਾ ਹੈ। ਬਿੰਦੀ ਮੇਰੇ ਦਰਬਾਨ ਦੇ ਤਸੱਲੀ ਦਿਵਾਉਣ ਤੇ ਵੀ ਕਿ ਇਹ ਮਹਲ ਮੇਰਾ ਹੀ ਹੈ, ਉਹ ਝਿਜਕਦੇ ਅੰਦਰ ਆਏ। ਮੈਨੂੰ ਨਵੇਂ ਰੰਗ ਵਿੱਚ ਵੇਖ ਕੇ ਉਹ ਬਹੁਤ ਹੈਰਾਨ ਵੀ ਹੋਏ ਅਤੇ ਪਰੇਸ਼ਾਨ ਵੀ। ਮੈਂ ਉਹਨਾਂ ਨੂੰ ਆਪਣੇ ਮਹਲ ਦਾ ਇੱਕ ਕਮਰਾ ਵਿਖਾਇਆ ਅਤੇ ਬਾਗ ਦੀ ਵੀ ਸੈਰ ਕਰਵਾਈ, ਜਿਸ ਵਿੱਚ ਰੰਗ-ਰੰਗ ਦੇ ਫੁੱਲ ਅਤੇ ਫਲ ਲੱਗੇ ਹੋਏ ਸਨ ਅਤੇ ਜਿਸ ਵਿੱਚੋਂ ਦੀ ਸਾਫ਼ ਪਾਣੀ ਦੀ ਇੱਕ ਨਹਿਰ ਵਗ ਰਹੀ ਸੀ। ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਰਾਤ ਮੇਰੇ ਮਹਿਮਾਨ ਬਣ ਕੇ ਮੈਨੂੰ ਸੇਵਾ ਦਾ ਮਾਣ ਬਖਸ਼ਣ। ਉਹਨਾਂ ਨੇ ਮੇਰੀ ਬੇਨਤੀ ਮੰਨ ਲਈ। ਅਗਲੇ ਪਲਕ ਜਦੋਂ ਅਸੀਂ ਬਾਗ ਵਿੱਚ ਬੈਠੇ ਗੱਪਾਂ ਮਾਰ ਰਹੇ ਸਾਂ ਤਾਂ ਮੇਰੇ ਦੋਵੇਂ ਲੜਕੇ ਮੈਨੂੰ ਇੱਕ ਪੱਗ ਵਿੱਚ ਪੰਛੀਆਂ ਦਾ ਬਣਿਆ ਹੋਇਆ ਆਲਣਾ ਵਿਖਾਉਣ ਲਈ ਲਿਆਏ। ਅਸੀਂ ਸਾਰਿਆਂ ਨੇ ਉਸ ਵੱਲ ਬੜੇ ਗਹੁ ਨਾਲ ਵੇਖਿਆ। ਮੈਨੂੰ ਝਟ ਯਾਦ ਆ ਗਿਆ ਕਿ ਇਹ ਤਾਂ ਉਹੀ ਪੱਗ ਹੈ ਜਿਹੜੀ ਇਲ ਮੇਰੇ ਸਿਰ ਚਪਟਾ ਮਾਰ ਕੇ ਲੈ ਗਈ ਸੀ। ਉਸ ਵਿੱਚੋਂ ਆਲਣਾ ਇੱਕ ਪਾਸੇ ਕੱਢ ਕੇ ਅਤੇ ਉਸ ਦੇ ਪੇਚ ਖੋਲ ਕੇ ਜਦ ਮੈਂ ਵੇਖਿਆ ਤਾਂ ਵਿੱਚ ਉਹ ਹੀ ਮੋਹਰਾਂ ਵਾਲੀ ਥੈਲੀ ਉਸੇ ਤਰ੍ਹਾਂ ਅਟੰਕ ਪਈ ਹੋਈ ਨਿਕਲੀ ਜਿਵੇਂ ਮੈਂ ਰੱਖੀ ਸੀ। ਬਿੰਦੀ ਜਦੋਂ ਸਾਦੀ ਨੇ ਇਹ ਥੈਲੀ ਵੇਖੀ ਤਾਂ ਉਹ ਹੈਰਾਨ ਰਹਿ ਗਿਆ। ਅਸਲ ਵਿੱਚ ਉਹ ਮੇਰੀ ਇਸ ਗੱਲ ਨੂੰ ਕਿ ਮੇਰੀ ਪੱਗ ਨੂੰ ਇਲ ਉਡਾ ਕੇ ਲੈ ਗਈ ਸੀ ਗੱਪ ਹੀ ਸਮਝਦਾ ਰਿਹਾ ਸੀ ਅਤੇ ਉਹਦਾ ਖਿਆਲ ਸੀ ਕਿ ਮੈਂ ਉਹਦੇ ਪੈਸੇ ਤੋਂ ਹੀ ਇਤਨਾ ਮਾਲਦਾਰ ਬਣਿਆ ਹਾਂ। ਉਹ ਕਹਿਣ ਲੱਗਾ, ਭਾਵੇਂ ਜਿੰਨਾ ਮਰਜ਼ੀ ਤੂੰ ਕਹੋ, ਮੈਂ ਇਹ ਤਾਂ ਕਦੀ ਮੰਨਣ ਨੂੰ ਤਿਆਰ ਨਹੀਂ ਕਿ ਸਾਧ ਦੇ ਦਿੱਤੇ ਹੋਏ ਸਿੱਕੇ ਦੇ ਟੁਕੜੇ ਨੇ ਤੇਰੇ ਦਿਨ ਮੋੜੇ ਨੇ। ਮੇਰਾ ਤਾਂ ਇਹ ਪੱਕਾ ਯਕੀਨ ਹੈ ਕਿ ਪੈਸੇ ਤੋਂ ਹੀ ਪੈਸਾ ਬਣਦਾ ਏ। ਉਸ ਸ਼ਾਮ ਕੁਦਰਤ ਨੇ ਐਸੀ ਖੇਡ ਰਚੀ ਕਿ ਆਪਣੇ ਕੋੜੇ ਲਈ ਸਾਨੂੰ ਕੁਝ ਜਵਾਨ ਦੀ ਲੋੜ ਪੈ ਗਈ। ਸਾਰਾ ਬਾਜ਼ਾਰ ਛਾਣ ਮਾਰਿਆ, ਪਰ ਜੇ ਕਿਤੇ ਵੀ ਹੱਥ ਨਾ ਲੱਗੇ। ਸਿਰਫ ਇੱਕ ਛੋਟੀ ਜਿਹੀ ਦੁਕਾਨ ਤੇ ਛੋੜਾ ਜਿਹਾ ਜਵਾਨ ਦਾ ਤੂੜਾ ਸੀ। ਜਦੋਂ ਮੇਰੇ ਨੌਕਰ ਨੇ ਉਹ ਕੋੜੇ ਲਈ ਖੁਰਲੀ ਵਿੱਚ ਉਲੱਦਿਆ ਤਾਂ ਵਿੱਚੋਂ ਇੱਕ ਛੋਟੀ ਜਿਹੀ ਗੰਦ ਨਿਕਲੀ, ਜਿਸ ਵਿੱਚ ਕੋਈ ਭਾਰੀ ਜਿਹੀ ਚੀਜ਼ ਵੱਜੀ ਪਈ ਸੀ। ਉਹ ਗੰਦ ਨੂੰ ਬਿਨਾਂ ਖੋਲੇ ਹੀ ਮੇਰੇ ਕੋਲ ਲੈ ਆਇਆ, ਕਿਉਂਕਿ ਉਹਨੇ ਕਈ ਵਾਰ ਪਹਿਲਾਂ ਮੈਥੋਂ ਮੇਰੀ ਗਵਾਚੀ ਹੋਈ ਗੰਦ ਬਾਰੇ ਸੁਣਿਆ ਹੋਇਆ ਸੀ। ਉਹਦਾ ਖਿਆਲ ਸੀ ਕਿ ਉਹ ਗੰਦ ਸ਼ਾਇਦ ਇਹ ਹੀ ਹੋਵੇ। ਜਦੋਂ ਮੈਂ ਉਹ ਗੰਦ ਵੇਖੀ ਤਾਂ ਮੇਰੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਸੋਚਿਆ ਕਿ ਜਦੋਂ ਕਿਸੇ ਦੇ ਚੰਗੇ ਦਿਨ ਆਉਂਦੇ ਹਨ ਤਾਂ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਹਨ। ਉਹ ਗੰਦ ਲੈ ਕੇ ਮੈਂ
ਆਪਣੇ ਦੋਹਾਂ ਮਿੱਤਰਾਂ ਨੂੰ ਵਿਖਾਈ ਅਤੇ ਕਿਹਾ, ਜਨਾਬ, ਮੇਰੀਆਂ ਗੱਲਾਂ ਤੇ ਸ਼ਾਇਦ ਤੁਸੀਂ ਸ਼ੱਕ ਹੀ ਕਰਦੇ ਰਹੇ ਹੋ, ਪਰ ਪਰਮਾਤਮਾ ਬੜਾ ਬੇਅੰਤ ਏ। ਉਹਨੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਦਿਵਾਉਣ ਲਈ ਇਹ ਵੇਖੋ ਇੱਕ ਹੋਰ ਸਬੂਤ ਭੇਜਿਆ ਏ। ਇਹ ਗੰਦ ਉਹੀ ਹੈ ਜਿਹੜੀ ਮੈਂ ਤੂੜੇ ਦੇ ਆਟੇ ਵਿੱਚ ਲੁਕਾ ਕੇ ਰੱਖੀ ਸੀ। ਮੇਰਾ ਨਹੀਂ ਖਿਆਲ ਕਿ ਤੁਸੀਂ ਹੁਣ ਇਹਨੂੰ ਵਾਪਸ ਲੈਣਾ ਪਸੰਦ ਕਰੋ। ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਹ ਗਰੀਬ ਗੁਰਬਿਆਂ ਵਿੱਚ ਵੰਡ ਦੇਵਾਂ। ਖਲੀਫਾ ਹਾਰੂਨ ਰਸ਼ੀਦ, ਜੋ ਸਾਦ ਦੇ ਭੇਸ ਵਿੱਚ ਸੀ, ਆਪਣੇ ਆਪ ਨੂੰ ਜ਼ਾਹਿਰ ਕਰਦਿਆਂ ਹੋਇਆਂ ਹਸਨ ਨੂੰ ਕਹਿਣ ਲੱਗਾ, ਹਸਨ, ਤੇਰੀ ਕਹਾਣੀ ਸੁਣ ਕੇ ਮੈਨੂੰ ਇੰਨੀ ਖੁਸ਼ੀ ਹੋਈ ਏ ਕਿ ਮੈਂ ਦੱਸ ਨਹੀਂ ਸਕਦਾ। ਇਸ ਤੋਂ ਪਤਾ ਲੱਗਦਾ ਏ ਕਿ ਰੱਬ ਦੇ ਕੰਮ ਬੜੇ ਨਿਆਰੇ ਨੇ। ਵਿਸਮਤ ਚਿੰਨ, ਜੋ ਚਾਹੇ ਤਾਂ ਉਹ ਕੱਖ ਤੋਂ ਲੱਖ ਕਰ ਸਕਦਾ ਏ। ਇਹ ਹੀਰਾ ਜਿਹੜਾ ਤੈਨੂੰ ਮੱਛੀ ਚੋਂ ਲੱਭਾ ਸੀ, ਅਸਲ ਵਿੱਚ ਮੈਂ ਆਪਣੇ ਖਜ਼ਾਨੇ ਲਈ ਖਰੀਦਿਆ ਸੀ। ਇੱਕ ਵਾਰ ਬੇੜੀ ਵਿੱਚ ਸੈਰ ਕਰਦਿਆਂ ਮੇਰੇ ਹੱਥੋਂ ਦਰਿਆ ਵਿੱਚ ਜਾ ਪਿਆ ਸੀ ਤੇ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਸੀ ਲੱਭਾ। ਬਿੰਦੀ ਪੁੱਠਾ ਕੌਮਾ। ਫਿਰ ਉਹਨੇ ਸਾਦੀ ਵੱਲ ਮੁੜ ਕੇ ਕਿਹਾ, ਜੇ ਤੈਨੂੰ ਇਸ ਗੱਲ ਤੇ ਯਕੀਨ ਨਹੀਂ ਤਾਂ ਖਜ਼ਾਨਚੀ ਨੂੰ ਪੁੱਛ ਕੇ ਪੱਕਾ ਕਰ ਲੈ, ਫਿਰ ਤੈਨੂੰ ਪੂਰੀ ਤਰ੍ਹਾਂ ਯਕੀਨ ਬਚ ਜਾਏਗਾ ਕਿ ਸਿਰਫ ਪੈਸਾ ਹੀ ਮਨੁੱਖ ਨੂੰ ਅਮੀਰ ਨਹੀਂ ਬਣਾ ਸਕਦਾ। ਅਮੀਰੀ ਗਰੀਬੀ ਸਭ ਰੱਬ ਦੇ ਹੱਥ ਵਿੱਚ ਏ।